ਤੇ ਸਤਿਗੁਰ ਜੀ ਨੇ ਫਿਰ ਉਸ ਸਿੰਘ ਨੂੰ ਪੁੱਛਿਆ ਕਿ ਭਾਈ ਤੁਸੀਂ ਇਹ ਜਿਹੜੀ ਗੁਰਬਾਣੀ ਦਾ ਕੀਰਤਨ ਕਰਦੇ ਸੀ, ਇਹ ਸ਼ਬਦ ਤੁਸੀਂ ਕਿੱਥੋਂ ਸਿੱਖਿਆ ਹੈ? ਇਹ ਸ਼ਬਦ ਤੁਹਾਨੂੰ ਕਿੱਥੋਂ ਮਿਲਿਆ? ਇਹ ਕਿਸ ਨੇ ਤੁਹਾਨੂੰ ਸਿਖਾਇਆ ਹੈ? ਫਿਰ ਉਸ ਸਿੰਘ ਨੇ ਦੱਸਿਆ ਕਿ ਪਾਤਸ਼ਾਹ ਜੀ, ਸਾਡੇ ਨਗਰ ਦੇ ਜਪੋਥੀਆਂ ਨੇ ਗੁਰਬਾਣੀ ਦੀਆਂ, ਉਸ ਗੁਰਬਾਣੀ ਦੀਆਂ ਪੋਥੀਆਂ ਦੇ ਵਿੱਚੋਂ ਅਸੀਂ ਬਾਣੀ ਪੜ੍ਹਦੇ ਹਾਂ ਅਤੇ ਸਾਡੇ ਉੱਥੇ ਉਸਤਾਦ ਨੇ, ਉਹ ਸਾਨੂੰ ਕੀਰਤਨ ਸਿਖਾਉਂਦੇ ਨੇ, ਅਸੀਂ ਉਹਨਾਂ ਕੋਲੋਂ ਕੀਰਤਨ ਦੀ ਵਿੱਦਿਆ ਲੈਂਦੇ ਹਾਂ। ਮੈਂ ਬੇਨਤੀ ਕਰਾਂ ਬੀਬੀਆਂ ਨੂੰ ਕਿ ਬੱਚਿਆਂ ਨੂੰ ਜਾਂ ਤਾਂ ਬਾਹਰ ਲੈ ਜਾਓ ਜਾਂ ਫਿਰ ਚੁੱਪ ਕਰਾਓ, ਕਿਉਂਕਿ ਸ਼ਾਂਤੀ ਜਿਹੜੀ ਉਹ ਬੜੀ ਭੰਗ ਹੋ ਰਹੀ ਹੈ। ਦੋ ਵਿਚਾਰ। ਫਿਰ ਜਦੋਂ ਸਤਿਗੁਰੂ ਜੀ ਨੂੰ ਉਸ ਸਿੱਖ ਨੇ ਦੱਸਿਆ ਕਿ ਅਸੀਂ ਤੇ ਸਾਡੇ ਕੋਲ ਪੋਥੀਆਂ ਨੇ, ਉਹਨਾਂ ਦੇ ਵਿੱਚ ਇਹ ਸ਼ਬਦ ਲਿਖੇ ਹੋਏ ਨੇ, ਮੈਂ ਉੱਥੋਂ ਇਹ ਸ਼ਬਦ ਨੂੰ ਕੰਠ ਕੀਤਾ ਅਤੇ ਇਸ ਨੂੰ ਫਿਰ ਸੰਗੀਤ ਦੇ ਰੂਪ ਵਿੱਚ ਗਾਉਣਾ ਸਿੱਖਿਆ ਹੈ। ਅਤੇ ਉਸ ਸਮੇਂ ਫਿਰ ਸਤਿਗੁਰੂ ਜੀ ਨੇ ਭਾਈ ਗੁਰਦਾਸ ਨੂੰ ਆਖਿਆ ਕਿ ਇਸ ਦੇ ਵਿੱਚ ਬੜੀ ਕੱਚੀ ਬਾਣੀ ਰਲ ਰਹੀ ਹੈ, ਕਿਉਂਕਿ ਜਿਹੜੀ ਇਹ ਬਾਣੀ ਦਾ ਸ਼ਬਦ ਗਾ ਰਿਹਾ ਸੀ ਨਾ ਸਿੱਖ, ਉਹ ਬਾਣੀ ਬਾਬਾ ਪ੍ਰਿਥੀ ਚੰਦ ਜੀ ਦੇ ਪੁੱਤਰ ਬਾਬਾ ਮਿਹਰਵਾਨ ਜੀ ਦੀ ਉਚਾਰਨ ਕੀਤੀ ਹੋਈ ਹੈ। ਆਪਾਂ ਸਾਰੇ ਜਾਣਦੇ ਹਾਂ, ਗ੍ਰਸਤੀ ਪਰਿਵਾਰਾਂ ਵਾਲੇ ਹਾਂ। ਆਮ ਅਸੀਂ ਦੇਖਦੇ ਹਾਂ ਸ਼ਰੀਕੇ ਭਾਈਚਾਰੇ ਦੇ ਵਿੱਚ ਇੱਕ ਭਰਾ ਅੱਗੇ ਲੰਘ ਜਾਵੇ ਅਤੇ ਜੇ ਉਹ ਧਰਮੀ ਨਾ ਹੋਣ ਨਾ ਤਾਂ ਬੜੀ ਈਰਖਾ ਵੱਧ ਜਾਂਦੀ ਹੈ, ਵਿਰੋਧਤਾ ਪੈ ਜਾਂਦੀ ਹੈ ਸਗੇ ਭਰਾਵਾਂ ਦੇ ਵਿੱਚ। ਅਤੇ ਬਾਬਾ ਪ੍ਰਿਥੀ ਚੰਦ ਜੀ ਵੀ ਸਮਝ ਗਏ ਕਿ ਮੈਨੂੰ ਤਾਂ ਗੱਦੀ ਮਿਲੀ ਨਹੀਂ, ਕਿਉਂਕਿ ਉਹਨਾਂ ਨੂੰ ਗੱਦੀ ਤਾਂ ਨਹੀਂ ਮਿਲੀ ਸੀ ਕਿਉਂਕਿ ਜਿਹੜੀਆਂ 4 ਚਿੱਠੀਆਂ ਪੰਜਵੇਂ ਪਾਤਸ਼ਾਹ ਜੀ ਦੀ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਮਾਝ ਰਾਗ ਦੇ ਅੰਦਰ, ਉਸ ਪੰਜਵੇਂ ਪਾਤਸ਼ਾਹ ਨੇ 3 ਚਿੱਠੀਆਂ ਲਿਖੀਆਂ ਸੀ, ਜਿਹੜੀਆਂ ਪੰਜਵੇਂ ਪਾਤਸ਼ਾਹ ਜਦੋਂ ਲਾਹੌਰ ਦੇ ਵਿੱਚ ਗਏ ਸੀ ਅਤੇ ਜਦੋਂ ਸਤਿਗੁਰੂ ਨੇ ਆਖਿਆ ਨਾ ਕਿ ਜਿਹੜਾ ਚੌਥੀ ਚਿੱਠੀ ਲਿਖ ਦੇਵੇਗਾ, ਚੌਥਾ ਸ਼ਬਦਾ ਬੰਦ ਰੱਖ ਦੇਵੇਗਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਬ ਕਰੇ ਚਾਤਰੀ ਕੀ ਨਿਆਈ, ਉਸ ਨੂੰ ਹੀ ਇਹ ਜਿਹੜੀ ਹੈ ਕਿ ਬਾਕੀ ਦੀਆਂ 3 ਚਿੱਠੀਆਂ ਵੀ ਉਸੇ ਦੀਆਂ ਲਿਖੀਆਂ ਹੋਈਆਂ ਨੇ। ਅਤੇ ਫਿਰ ਪੰਜਵੇਂ ਪਾਤਸ਼ਾਹ ਨੇ ਦਾ ਚੌਥਾ ਜਿਹੜਾ ਬੰਦ ਸੀ ਨਾ, ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮੈਂ ਪਾਇਆ, ਇਹ ਸ਼ਬਦ ਉਚਾਰਨ ਕਰ ਦਿੱਤਾ। ਪਰ ਬਾਬਾ ਪ੍ਰਿਥੀ ਚੰਦ ਜੀ ਨੂੰ ਇੱਕ ਵੀ ਪੰਕਤੀ ਨਾ ਫੁਰੀ ਅਤੇ ਉਸ ਸਮੇਂ ਤੋਂ ਬਾਬਾ ਪ੍ਰਿਥੀ ਚੰਦ ਨੇ ਧਾਰ ਲਿਆ ਕਿ ਜੇ ਗੁਰੂ ਬਣਨਾ ਹੈ, ਜੇ ਮੈਂ ਗੱਦੀ ਲੈਣੀ ਚਾਹੁੰਦਾ ਹਾਂ ਅਤੇ ਫਿਰ ਬਾਣੀ ਆਉਣੀ ਬੜੀ ਜ਼ਰੂਰੀ ਹੈ। ਅਤੇ ਬਾਬਾ ਪ੍ਰਿਥੀ ਚੰਦ ਨੇ ਆਪਣੇ ਪੁੱਤਰ ਮਿਹਰਵਾਨ ਨੂੰ ਸਾਰਾ ਪਿੰਗਲ ਸਿਖਾਇਆ, ਕਵਿਤਾ ਰਚਨ ਦੇ ਸਾਰੇ ਗੁਣ ਸਿਖਾਏ ਕਿ ਮੈਂ ਇਸ ਨੂੰ ਬੜਾ ਵੱਡਾ ਕਵੀ ਬਣਾਵਾਂਗਾ ਅਤੇ ਪੰਜਵੇਂ ਪਾਤਸ਼ਾਹ ਦੇ ਘਰ 'ਤੇ ਕੋਈ ਔਲਾਦ ਨਹੀਂ, ਗੱਦੀ ਤਾਂ ਫਿਰ ਮੇਰੇ ਪੁੱਤਰ ਨੂੰ ਮਿਲੇਗੀ, ਕਿਉਂਕਿ ਇਹ ਬਾਣੀ ਵੀ ਕਵਿਤਾ ਵੀ ਉਚਾਰਨ ਕਰ ਲਵੇਗਾ ਅਤੇ ਹੋਰ ਕੋਈ ਗੱਦੀ ਦੇ ਲਾਇਕ ਵੀ ਨਹੀਂ ਹੈਗਾ। ਇਸ ਵਾਸਤੇ ਬਾਬਾ ਮਿਹਰਵਾਨ ਜੀ ਨੇ ਬੜੀ ਬਾਣੀ ਰਚਣੀ ਸ਼ੁਰੂ ਕਰ ਦਿੱਤੀ। ਬਾਣੀ ਉਹਨਾਂ ਦੀ ਆਪਦੀ ਹੁੰਦੀ ਸੀ ਅਤੇ ਥੱਲੇ ਨਾਮ ਗੁਰੂ ਨਾਨਕ ਦੇਵ ਪਾਤਸ਼ਾਹ ਲਿਖ ਦੇਣਾ ਅਤੇ ਆਮ ਕੋਈ ਸਿੱਖ ਪੜ੍ਹਦਾ ਸੀ। ਪਿੱਛੇ ਜੇ ਇੱਕ ਬੜਾ ਸ਼ਬਦ ਚੱਲਦਾ ਹੁੰਦਾ ਸੀ, ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਬੜਾ ਉਹ ਸ਼ਬਦ ਪ੍ਰਚਲਿਤ ਹੋਇਆ ਸੀ, ਉਹ ਵੀ ਬਾਬਾ ਮਿਹਰਵਾਨ ਜੀ ਦਾ ਉਚਾਰਨ ਕੀਤਾ ਹੋਇਆ ਸੀ, ਜਿਹੜੀ ਕੱਚੀ ਬਾਣੀ ਸੀ। ਸਤਿਗੁਰੂ ਜੀ ਨੇ ਫਿਰ ਜਦੋਂ ਇਹ ਬਾਬਾ ਮਿਹਰਵਾਨ ਜੀ ਨੇ ਬੜੀ ਬਾਣੀ ਰਚਣੀ ਸ਼ੁਰੂ ਕਰ ਦਿੱਤੀ ਅਤੇ ਉਸ ਬਾਣੀ ਨੂੰ ਰਲਾ ਕੇ ਬੜੀਆਂ ਪੋਥੀਆਂ ਜਿਹੜੀਆਂ ਸੀ ਉਹ ਸਿੰਘਾਂ ਦੇ ਕੋਲ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਪਰ ਸਤਿਗੁਰੂ ਜੀ ਯਾਦ ਨੇ ਕਿ ਜਿਹੜੀ ਇਹ ਬਾਣੀ ਹੈ ਇਹ ਤਾਂ ਤੁਰਕੀ ਬਾਣੀ ਹੈ, ਜਿਹੜੀ ਆਪ ਉਹ ਪਰਮਾਤਮਾ ਵੱਲੋਂ ਉਤਰੀ ਹੈ। ਅਤੇ ਸਤਿਗੁਰੂ ਜੀ ਨੇ ਫਿਰ ਇਹ ਜਦੋਂ ਸਿੱਖ ਦੇ ਕੋਲੋਂ ਇਹ ਗੱਲ ਸੁਣੀ ਅਤੇ ਉਸੇ ਵੇਲੇ ਭਾਈ ਗੁਰਦਾਸ ਨੂੰ ਆਖ ਦਿੱਤਾ ਕਿ ਸਾਰੀਆਂ ਸੰਗਤਾਂ ਨੂੰ ਹੁਕਮਨਾਮੇ ਭੇਜੋ, ਜਿਨ੍ਹਾਂ ਦੇ ਕੋਲ ਵੀ ਜਿੰਨੀ ਵੀ ਗੁਰਬਾਣੀ ਹੈ, ਪੋਥੀਆਂ ਨੇ ਜਾਂ ਚਿੱਠੀਆਂ ਲਿਖੀਆਂ ਹੋਈਆਂ ਨੇ, ਹੁਕਮਨਾਮੇ ਲਿਖੇ ਨੇ, ਉਹ ਸਾਰੀਆਂ ਬਾਣੀ ਦੀਆਂ ਪੋਥੀਆਂ ਹੁਕਮਨਾਮੇ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਪਹੁੰਚਣ। ਫਿਰ ਜਦੋਂ ਆਏ ਉੱਥੋਂ ਫਿਰ ਉਸ ਵੇਲੇ ਪੰਜਵੇਂ ਪਾਤਸ਼ਾਹ ਸਭ ਤੋਂ ਪਹਿਲਾਂ ਜਿਹੜੀ ਉਸ ਵੇਲੇ ਕੱਚੀ ਬਾਣੀ ਸੀ ਉਹ ਸਾਰੀ ਭਾਈ ਗੁਰਦਾਸ ਜੀ ਦੇ ਕੋਲੋਂ ਉਹਨਾਂ ਪੋਥੀਆਂ ਦੇ ਵਿੱਚੋਂ ਕਟਾਈ ਅਤੇ ਉਸ ਪੋਥੀਆਂ ਨੂੰ ਸੋਧ ਕੇ ਫਿਰ ਸੰਗਤਾਂ ਪਾਸ ਭੇਜਿਆ। ਅਤੇ ਫਿਰ ਸਤਿਗੁਰੂ ਜੀ ਨੂੰ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਇਸ ਤਰ੍ਹਾਂ ਤੇ ਇਹ ਆਪਣੇ ਸਤਿਗੁਰਾਂ ਦੀ ਬਾਣੀ ਨੂੰ ਜਿਹੜਾ ਹੈ ਉਹ ਬੜਾ ਔਖਾ ਹੋ ਜਾਵੇਗਾ ਸਿੱਖਾਂ ਵਾਸਤੇ ਕਿ ਕਿਹੜੀ ਕੱਚੀ ਬਾਣੀ ਹੈ ਅਤੇ ਕਿਹੜੀ ਸੱਚੀ ਬਾਣੀ ਹੈ। ਆਪਾਂ ਨੂੰ ਕੋਈ ਐਸਾ ਯਤਨ ਕਰਨਾ ਚਾਹੀਦਾ ਹੈ ਜਿਸ ਯਤਨ ਨੂੰ ਕਰਨ ਦੇ ਨਾਲ ਸਾਰੇ ਸਿੱਖਾਂ ਨੂੰ ਜਿਹੜੀ ਸਤਿਗੁਰਾਂ ਦੀ ਤੁਰਕੀ ਬਾਣੀ ਸੱਚੀ ਬਾਣੀ ਹੈ ਉਹ ਸੱਚੀ ਬਾਣੀ ਪਹੁੰਚ ਸਕੇ। ਫਿਰ ਉਸ ਸਮੇਂ ਤੋਂ ਇਹ ਵਿਚਾਰ ਆਇਆ
ਤੇ ਪੰਜਵੇਂ ਪਾਤਸ਼ਾਹ ਨੇ ਫਿਰ ਭਾਈ ਗੁਰਦਾਸ ਨੂੰ ਆਖਿਆ ਕਿ ਅਸੀਂ ਇੱਕ ਨਵੀਂ ਕੌਮ, ਨਵਾਂ ਇੱਕ ਪੰਥ ਜਿਹੜਾ ਹੈ ਉਹਦੀ ਆਰੰਭਤਾ ਕਰਨੀ ਚਾਹੁੰਦੇ ਆ ਨਾ, ਤੇ ਇਸ ਨਵੇਂ ਪੰਥ ਦੇ ਵਾਸਤੇ 3 ਚੀਜ਼ਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤੇ ਉਸ ਕੌਮ ਦਾ ਆਪਣਾ ਧਾਰਮਿਕ ਅਸਥਾਨ ਹੋਣਾ ਚਾਹੀਦਾ ਹੈ। ਅਹਿਲੇ ਕਲਾਮ, ਅਹਿਲੇ ਮੁਕਾਮ ਤੇ ਅਹਿਲੇ ਨਿਜ਼ਾਮ 3 ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਅਹਿਲੇ ਕਲਾਮ ਤੋਂ ਭਾਵ ਹੈ ਕਿ ਉਸ ਕੌਮ ਦਾ, ਉਸ ਪੰਥ ਦਾ ਜਿਹੜਾ ਆਪਣੇ ਆਪ ਨੂੰ ਆਜ਼ਾਦ ਹਸਤੀ ਦੇ ਰੂਪ ਵਿੱਚ ਪੇਸ਼ ਕਰਨਾ ਚਾਹੁੰਦੇ ਨੇ, ਉਹਨਾਂ ਦਾ ਆਪ ਦਾ ਧਾਰਮਿਕ ਗ੍ਰੰਥ ਹੋਣਾ ਜ਼ਰੂਰੀ ਹੈ। ਤੇ ਸਤਿਗੁਰੂ ਜੀ ਆਖਣ ਲੱਗੇ ਅਸੀਂ ਆਪਣਾ ਆਪ ਦਾ ਇੱਕ ਸੱਚੀ ਬਾਣੀ, ਸਤਿਗੁਰਾਂ ਦੀ ਜੋ ਬਾਣੀ ਹੈ ਉਹਦਾ ਗ੍ਰੰਥ ਰੱਖਾਂਗੇ ਬਣਾਇਆ, ਉਸਨੂੰ ਬਾਣੀ ਸਾਰ ਨੂੰ ਇਕੱਤਰ ਕਰਾਂਗੇ। ਤੇ ਦੂਸਰਾ ਜਿਹੜਾ ਅਹਿਲੇ ਮੁਕਾਮ ਚਾਹੀਦਾ ਹੈ ਪੰਥ ਵਾਸਤੇ, ਕੌਮ ਵਾਸਤੇ, ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਉਸ ਵੇਲੇ ਬਣ ਚੁੱਕਾ ਸੀ। ਤੇ ਤੀਜੇ ਤੇ ਆਉਣਾ ਅਹਿਲੇ ਨਿਜ਼ਾਮ, ਨਿਜ਼ਾਮ ਕਹਿੰਦੇ ਨੇ ਪ੍ਰਬੰਧ ਨੂੰ, ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਕੇਂਦਰੀ ਸਥਾਨ ਹੈ ਉਹ ਜਦੋਂ ਛੇਵੇਂ ਪਾਤਸ਼ਾਹ ਨੇ ਆ ਕੇ ਸੱਜਣਾ ਹੈ। ਇਸ ਤਰ੍ਹਾਂ 2 ਕਾਰਜ ਪੰਥ ਵਾਸਤੇ, ਕੌਮ ਵਾਸਤੇ ਪੰਜਵੇਂ ਪਾਤਸ਼ਾਹ ਨੇ ਕੀਤੇ। ਅਹਿਲੇ ਮੁਕਾਮ ਜਿਹੜਾ ਹੈ ਦਰਬਾਰ ਸਾਹਿਬ ਦੀ ਆਰੰਭਤਾ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਹਿਲੇ ਕਲਾਮ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਬਾਣੀ ਇਕੱਤਰ ਕਰਨ ਦਾ ਕਾਰਨ। ਫਿਰ ਉਸ ਸਮੇਂ ਤੋਂ ਸਾਰੀਆਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ ਕਿ ਜਿਨ੍ਹਾਂ ਦੇ ਕੋਲ ਵੀ ਸਤਿਗੁਰਾਂ ਦੀ ਕਿਸੇ ਵੀ ਪ੍ਰਕਾਰ ਦੀ ਬਾਣੀ ਹੈ ਉਹ ਸਾਰੀ ਬਾਣੀ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਾਈ ਜਾਵੇ। ਭਗਤ ਸਾਹਿਬਾਨ ਸਾਰੀ ਦੁਨੀਆ ਦੇ ਵਿੱਚ ਉਸ ਵੇਲੇ ਸਿੱਖਾਂ ਨੂੰ ਭੇਜਿਆ ਗਿਆ ਕਿ ਜਿਨ੍ਹਾਂ ਦੇ ਕੋਲ ਵੀ ਉਚਾਰਨ ਕੀਤੀ ਹੋਈ ਕਵੀਆਂ ਦੇ ਕੋਲ ਉਹ ਪਰਮਾਤਮਾ ਦੀ ਉਸਤਤ ਹੈ, ਬਾਣੀ ਹੈ। ਇੱਥੇ ਬੜਾ ਵੱਡਾ ਧਾਰਮਿਕ ਗ੍ਰੰਥ ਜਿਹੜਾ ਹੈ ਉਸ ਦੀ ਸਿਰਜਣਾ ਹੋ ਰਹੀ ਹੈ, ਇਸ ਸਾਧਨਾ ਕਰਨੀ ਹੈ। ਇਸ ਵਾਸਤੇ ਸਾਰੇ ਜਿੰਨੇ ਕਵੀ ਹਨ ਆਪਣੀ ਬਾਣੀ ਲੈ ਕੇ ਪਹੁੰਚਣ। ਉਸ ਸਮੇਂ ਪੀਲੂ ਜਿਨ੍ਹਾਂ ਨੂੰ ਅੱਜ ਸਕੂਲਾਂ ਦੇ ਵਿੱਚ ਬੜਾ ਪੜ੍ਹਾਇਆ ਜਾਂਦਾ ਹੈ, ਭਗਤ ਪੀਲੂ ਜੀ ਤੇ ਹੋਰ ਵੀ ਬੜੇ ਉਸ ਵੇਲੇ ਸ਼ਾਹ ਹੁਸੈਨ, ਇਸ ਤਰ੍ਹਾਂ ਕਈ ਭਗਤ ਸੀ ਜਿਨ੍ਹਾਂ ਨੇ ਉਸ ਵੇਲੇ ਆਏ, ਪਰ ਉਹਨਾਂ ਦੀ ਬਾਣੀ ਜਿਹੜੀ ਸੀ ਉਹ ਸਤਿਗੁਰੂ ਜੀ ਨੇ ਦਰਜ ਨਹੀਂ ਕੀਤੀ, ਕਿਉਂਕਿ ਉਹ ਬਾਣੀ ਕੱਚੀ ਸੀ, ਜਿਹੜੀ ਉਹ ਪਰਮਾਤਮਾ ਦੀ ਉਸਤਤ ਨਹੀਂ, ਉਹਨਾਂ ਨੇ ਆਪਣੀ ਹੀ ਉਸਤਤ ਕੀਤੀ ਹੋਈ ਸੀ। ਸੋ ਇਸ ਤਰੀਕੇ ਦੇ ਨਾਲ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਤਰ ਕਰਨ ਦਾ ਕਾਰਜ ਸ਼ੁਰੂ ਹੋਇਆ। ਫਿਰ ਜਿਹੜੀਆਂ ਪੋਥੀਆਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਜੀ ਦੀ ਬਾਣੀ ਇਕੱਤਰ ਕੀਤੀ ਗਈ ਸੀ, ਉਹ ਪੋਥੀਆਂ ਤੀਜੇ ਪਾਤਸ਼ਾਹ ਜੀ ਨੇ ਬਾਬਾ ਮੋਹਨ ਜੀ ਨੂੰ ਸੌਂਪੀਆਂ ਸੀ। ਬਾਬਾ ਮੋਹਨ ਜੀ ਵੀ ਬੜੇ ਵੱਡੇ ਭਗਤ ਹੋਏ ਨੇ, ਪਰ ਉਹਨਾਂ ਦੇ ਅੰਦਰ ਇੱਕ ਬੜਾ ਹੀ ਈਰਖਾ ਦੇ ਕਾਰਨ ਉਹਨਾਂ ਨੂੰ ਸਤਿਗੁਰੂ ਜੀ ਦਾ ਐਸਾ ਵਾਕ ਹੋ ਗਿਆ, ਜਿਸ ਵਾਕ ਦੇ ਕਾਰਨ ਉਹਨਾਂ ਦਾ ਸੁਭਾਅ ਬੜਾ ਕ੍ਰੋਧ ਵਾਲਾ ਰਿਹਾ। ਜਦੋਂ ਤੀਜੇ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗੇ ਸੀ ਤੇ ਉਹ ਸਮੇਂ ਹੀ ਤੀਜੇ ਪਾਤਸ਼ਾਹ ਨੇ ਇਹ ਹੁਕਮ ਕੀਤਾ ਸੀ ਬਾਬਾ ਮੋਹਨ ਜੀ ਨੂੰ ਤੇ ਬਾਬਾ ਮੋਹਰੀ ਜੀ ਆਪਣੇ ਦੋਵਾਂ ਪੁੱਤਰਾਂ ਨੂੰ ਕਿ ਚੌਥੇ ਪਾਤਸ਼ਾਹ ਦੇ ਅੱਗੇ ਮੱਥਾ ਟੇਕੋ, ਅੱਜ ਤੋਂ ਇਹ ਤੁਹਾਡੇ ਗੁਰੂ ਨੇ। ਤੇ ਬਾਬਾ ਮੋਹਰੀ ਜੀ ਜਿਹਦਾ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਅੰਦਰ ਆਉਂਦਾ ਹੈ, ਮੋਹਰੀ ਪੁੱਤ ਸਨਮੁਖ ਹੋਆ। ਬਾਬਾ ਮੋਹਰੀ ਜੀ ਛੋਟੇ ਪੁੱਤਰ ਜੀ ਨੇ ਤੇ ਉਸ ਵੇਲੇ ਸੀਸ ਝੁਕਾ ਦਿੱਤਾ ਸੀ, ਪਰ ਬਾਬਾ ਮੋਹਨ ਜੀ ਤੀਜੇ ਪਾਤਸ਼ਾਹ ਦੇ ਵੱਡੇ ਪੁੱਤਰ, ਉਹਨਾਂ ਸੀਸ ਨਾ ਝੁਕਾਇਆ। ਉਹਨਾਂ ਦੇ ਅੰਦਰ ਈਰਖਾ ਦੀ ਭਾਵਨਾ ਸੀ, ਮਨ ਅੰਦਰ ਰੋਸ ਸੀ, ਕ੍ਰੋਧ ਸੀ ਕਿ ਮੈਂ ਤੇ ਵੱਡਾ ਪੁੱਤਰ ਹਾਂ, ਗੁਰਤਾ ਗੱਦੀ ਦਾ ਮਾਲਕ ਤੇ ਮੈਂ ਬਣਦਾ, ਹੱਕ ਮੇਰਾ ਬਣਦਾ ਹੈ, ਪਰ ਪਿਤਾ ਜੀ ਨੇ ਮੈਨੂੰ ਨਹੀਂ ਦਿੱਤੀ। ਇਸ ਵਾਸਤੇ ਤੀਜੇ ਪਾਤਸ਼ਾਹ ਨੇ ਆਖਿਆ ਕਿ ਤੂੰ ਬੜਾ ਕ੍ਰੋਧ ਕਰ ਰਿਹਾ ਹੈ, ਗੁੱਸੇ ਹੋ ਰਿਹਾ ਹੈ ਤੇ ਸਾਰੀ ਉਮਰ ਤੂੰ ਇਸੇ ਤਰ੍ਹਾਂ ਸੜਦਾ ਬਲਦਾ ਹੀ ਰਵੇਂਗਾ। ਤੇ ਉਸ ਸਮੇਂ ਫਿਰ ਬਾਬਾ ਮੋਹਨ ਜੀ ਨੇ ਸਤਿਗੁਰੂ ਜੀ ਦੇ ਤੀਜੇ ਪਾਤਸ਼ਾਹ ਚਰਨਾਂ ਤੇ ਢਹਿ ਪਿਆ ਤੇ ਆਖਣ ਲੱਗਾ, ਸਤਿਗੁਰੂ ਜੀ, ਪਿਤਾ ਜੀ ਐਸਾ ਬਚਨ ਨਾ ਕਰੋ, ਇਸ ਤਰ੍ਹਾਂ ਤੇ ਮੇਰਾ ਜੀਵਨ ਜਿਹੜਾ ਵਿਅਰਥ ਚਲਿਆ ਜਾਵੇਗਾ। ਤੇ ਉਸ ਸਮੇਂ ਫਿਰ ਤੀਜੇ ਪਾਤਸ਼ਾਹ ਨੇ ਇਹ ਬਚਨ ਆਖੇ ਸੀ ਆਪਣੇ ਵੱਡੇ ਪੁੱਤਰ ਬਾਬਾ ਮੋਹਨ ਜੀ ਨੂੰ ਕਿ ਜੇ ਤੇ ਤੂੰ ਚਾਹੁੰਦਾ ਹੈ ਕਿ ਇਹ ਤੇਰੇ ਅੰਦਰ ਜਿਹੜਾ ਇਹ ਤੈਨੂੰ ਵਾਕ ਹੋ ਚੁੱਕਾ ਹੈ, ਹੁਣ ਤੇਰੇ ਅੰਦਰ ਕ੍ਰੋਧ ਜਿਹੜਾ ਨਾ ਆਵੇ, ਉਸ ਵਾਸਤੇ ਤੈਨੂੰ ਕਰਨਾ ਕੀ ਪਵੇਗਾ। ਤੇਰੇ ਕੋਲ ਪੰਜਵੇਂ ਪਾਤਸ਼ਾਹ ਜੀ ਆਉਣਗੇ, ਉਹਨਾਂ ਸਮਾਂ ਤੋਂ ਇਹ ਗੁਰਬਾਣੀ ਦੀਆਂ ਪੋਥੀਆਂ ਦੀ ਜ਼ਿੰਮੇਵਾਰੀ ਤੇਰੀ ਹੈ। ਇਹ ਪੋਥੀਆਂ ਤੂੰ ਸਾਂਭ ਕੇ ਰੱਖਣੀਆਂ ਨੇ, ਇਹਨਾਂ ਦੀ ਸੇਵਾ ਸੰਭਾਲ ਕਰਨੀ ਹੈ। ਜਦੋਂ ਉਹ ਆਉਣਗੇ ਤੇ ਉਦੋਂ ਉਹਨਾਂ ਨੂੰ ਸੌਂਪ ਦੇਈ, ਉਹ ਤੇਰੇ ਉੱਤੇ ਕਿਰਪਾ ਕਰਨਗੇ ਤੇ ਫਿਰ ਜਾ ਕੇ ਹੀ ਤੇਰੇ ਜਿਹੜੇ ਅੰਦਰੋਂ ਇਹ ਕ੍ਰੋਧ ਦੀ ਭਾਵਨਾ ਹੈ, ਤੇਰੇ ਅੰਦਰ ਗੁੱਸਾ ਖਤਮ ਹੋਵੇਗਾ ਤੇ ਤੈਨੂੰ ਸ਼ਾਂਤੀ ਦੀ ਪ੍ਰਾਪਤੀ ਹੋਵੇਗੀ।
ਤੇ ਇਸ ਤਰ੍ਹਾਂ ਪਹਿਲਾਂ ਭਾਈ ਗੁਰਦਾਸ ਜੀ ਆਉਂਦੇ ਨੇ ਬਾਬਾ ਮੋਹਨ ਜੀ ਕੋਲ, ਕਿਉਂਕਿ ਉਹਨਾਂ ਨੂੰ ਤੀਜੇ ਪਾਤਸ਼ਾਹ ਜੀ ਦਾ ਉਸ ਸਮੇਂ ਬਚਨ ਸੀ ਕਿ ਜਿੰਨੀ ਦੇਰ ਤੱਕ ਤੇਰੇ ਕੋਲ ਪੰਜਵੇਂ ਪਾਤਸ਼ਾਹ ਗੁਰੂ ਨਾ ਆਉਣ ਓਨੀ ਦੇਰ ਤੱਕ ਤੂੰ ਕਿਸੇ ਨੂੰ ਬਾਣੀ ਨਹੀਂ ਦੇਣੀ, ਇਸ ਦੀ ਜ਼ਿੰਮੇਵਾਰੀ ਤੇਰੀ ਹੋਵੇਗੀ। ਫਿਰ ਬਾਬਾ ਬੁੱਢਾ ਜੀ ਆਉਂਦੇ ਨੇ ਦੂਜੀ ਵਾਰ, ਉਸ ਬਚਨ ਦੇ ਕਾਰਨ ਉਹਨਾਂ ਨੂੰ ਵੀ ਖਾਲੀ ਹੱਥ ਮੁੜਨਾ ਪੈਂਦਾ ਹੈ। ਫਿਰ ਪੰਜਵੇਂ ਪਾਤਸ਼ਾਹ ਜੀ ਆਪ ਆਉਂਦੇ ਨੇ ਤੇ ਆਣ ਕੇ ਉਸ ਪਰਮਾਤਮਾ ਦੇ ਪ੍ਰਥਾਏ ਇੱਕ ਸ਼ਬਦ ਉਚਾਰਨ ਕਰਦੇ ਨੇ, ਜਿਹੜਾ ਸਤਿਗੁਰੂ ਜੀ ਨੇ ਇਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕੀਤਾ ਹੈ। ਮੋਹਨ ਤੇਰੇ ਉੱਚੇ ਮੰਦਰ, ਇਸ ਸ਼ਬਦ ਨੂੰ ਉਚਾਰਨ ਕਰਕੇ ਇਹ ਸ਼ਬਦ ਸੁਣਦਿਆਂ ਸਾਰੇ ਬਾਬਾ ਮੋਹਨ ਜੀ ਨੇ ਆਪਣੇ ਚੁਬਾਰੇ ਦੀ ਬਾਰੀ ਖੋਲ੍ਹੀ। ਅੱਜ ਵੀ ਉਹ ਘਰ ਮੌਜੂਦ ਹੈ ਜਿੱਥੇ ਤੀਜੇ ਪਾਤਸ਼ਾਹ ਜੀ ਦਾ ਉਸ ਵੇਲੇ ਰਹਿਣ ਬਸੇਰਾ ਸੀ। ਬਾਬਾ ਮੋਹਨ ਜੀ ਜਿੱਥੇ ਉਸ ਵੇਲੇ ਰਹਿੰਦੇ ਸਨ, ਉਸ 'ਤੇ ਹੁਣ ਗੁਰਦੁਆਰਾ ਸਾਹਿਬ ਜੀ ਚੁਬਾਰਾ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਫਿਰ ਪੰਜਵੇਂ ਪਾਤਸ਼ਾਹ ਜੀ ਜਦੋਂ ਆਉਂਦੇ ਨੇ ਤੇ ਆਣ ਕੇ ਫਿਰ ਉਹ ਗੁਰਬਾਣੀ ਦਾ ਸ਼ਬਦ ਗਾਉਂਦੇ ਨੇ ਸਾਰੀਆਂ ਸੰਗਤਾਂ ਨਾਲ। ਉਸ ਵੇਲੇ ਚੌਂਕੀ ਦੇ ਰੂਪ ਵਿੱਚ ਸ਼ਬਦ ਗਾਇਨ ਹੋ ਰਿਹਾ ਹੈ। ਫਿਰ ਬਾਬਾ ਮੋਹਨ ਜੀ ਆਪ ਆਣ ਕੇ ਪੰਜਵੇਂ ਪਾਤਸ਼ਾਹ ਨੂੰ ਨਮਸਕਾਰ ਕਰਦੇ ਨੇ। ਪੰਜਵੇਂ ਪਾਤਸ਼ਾਹ ਹੀ ਫਿਰ ਆਖਦੇ ਨੇ ਕਿ ਬਾਬਾ ਜੀ ਅਸੀਂ ਗੁਰਬਾਣੀ ਦੀਆਂ ਪੋਥੀਆਂ ਲੈਣ ਵਾਸਤੇ ਆਏ ਹਾਂ ਅਤੇ ਕਿਰਪਾ ਕਰੋ ਸਾਨੂੰ ਉਹ ਬਾਣੀ ਦੀਆਂ ਪੋਥੀਆਂ ਜਿਹੜੀਆਂ ਨੇ ਉਹ ਸਾਨੂੰ ਸੌਂਪ ਦੇਵੋ ਤਾਂ ਕਿ ਅਸੀਂ ਇਹ ਸਾਰੀ ਬਾਣੀ ਨੂੰ ਇਕੱਤਰ ਕਰ ਲਈਏ। ਹੁਣ ਇੱਥੇ ਇੱਕ ਹੋਰ ਬੜਾ ਨੁਕਤਾ ਸਾਧ ਸੰਗਤ ਜੀ ਵਿਚਾਰਨ ਵਾਲਾ ਹੈ। ਹੁਣ ਪੋਥੀਆਂ ਨੂੰ ਲਿਜਾਣ ਵਾਸਤੇ ਸੁੰਦਰ ਪਾਲਕੀ ਜਿਹੜੀ ਹੈ ਬਾਬਾ ਮੋਹਰੀ ਜੀ ਨੇ ਉਸ ਸਮੇਂ ਲਿਆ ਕੇ ਸਾਰੀ ਤਿਆਰੀ ਕਰ ਦਿੱਤੀ ਹੈ। ਅਤੇ ਹੁਣ ਸਤਿਗੁਰੂ ਨੇ ਬਾਣੀ ਦਾ ਸਤਿਕਾਰ ਵੇਖੋ, ਅੱਜ ਤੇ ਅਸੀਂ ਪੋਥੀਆਂ ਲਿਜਾਣੀਆਂ ਹੋਣ ਜਿਨ੍ਹਾਂ ਦੇ ਵਿੱਚ ਗੁਰਬਾਣੀ ਲਿਖੀ ਹੈ ਅਤੇ ਅਸੀਂ ਕਛ ਦੇ ਵਿੱਚ ਵੀ ਦੇ ਕੇ ਲੈ ਜਾਂਦੇ ਹਾਂ, ਪਰ ਪੰਜਵੇਂ ਪਾਤਸ਼ਾਹ ਨੇ ਵੇਖੋ ਆਪ ਸਾਨੂੰ ਕਰਕੇ ਸਤਿਕਾਰ ਕਰਨ ਦੀ ਇਜਾਜ਼ਤ ਦਿੱਤੀ ਹੈ। ਆਪ ਪੰਜਵੇਂ ਪਾਤਸ਼ਾਹ ਨੇ ਇੱਕ ਪਾਲਕੀ ਮੰਗਵਾਈ, ਉਸ ਪਾਲਕੀ ਦੇ ਵਿੱਚ ਪੋਥੀਆਂ ਰੱਖੀਆਂ ਨੇ ਅਤੇ ਜਦੋਂ ਫਿਰ ਸਤਿਗੁਰੂ ਜੀ ਤੁਰਨ ਲੱਗੇ ਆਪਣਾ ਜੋੜਾ ਸਤਿਗੁਰੂ ਨੇ ਲਾ ਕੇ ਪਾਸੇ ਰੱਖ ਦਿੱਤਾ ਅਤੇ ਨੰਗੇ ਪੈਰੀ ਚੱਲ ਪਏ। ਵੇਖੋ ਸਤਿਗੁਰੂ ਜੀ ਆਪ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਪੈਦਲ ਚੱਲ ਕੇ ਨਗਰ ਕੀਰਤਨ ਦੇ ਰੂਪ ਵਿੱਚ ਨਾਲ ਸੰਗਤਾਂ ਨੇ ਨੰਗੇ ਪੈਰੀ ਚੱਲ ਕੇ ਗਏ ਨੇ। ਅਤੇ ਅੱਜ ਹੁਣ ਸਾਡੀ ਐਸੀ ਹਾਲਤ ਹੋ ਗਈ ਹੈ, ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਣਾ ਗੁਰੂ ਮੰਨਦੇ ਹਾਂ, ਇੰਨਾ ਭਰੋਸਾ ਰੱਖਦੇ ਹਾਂ, ਅਰਦਾਸਾਂ ਬੇਨਤੀਆਂ ਕਰਦੇ ਹਾਂ, ਅਤੇ ਅੱਜ ਕਿਤੇ 2 ਕਦਮ ਵੀ ਜਾਣਾ ਹੋਵੇ ਅਤੇ ਅਸੀਂ ਜੋੜਾ ਨਹੀਂ ਲਾਉਂਦੇ, ਜੋੜਾ ਪਾ ਕੇ ਜਾਂਦੇ ਹਾਂ। ਇਸ ਵਾਸਤੇ ਇਤਿਹਾਸ ਤੋਂ ਸਾਨੂੰ ਇਹ ਸਿੱਖਣ ਦੀ ਜ਼ਰੂਰਤ ਹੈ ਕਿ ਗੁਰਬਾਣੀ ਦਾ ਸਤਿਕਾਰ ਕਿਵੇਂ ਕਰਨਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਨੇ ਫਿਰ ਇਸ ਬਾਣੀ ਦੀਆਂ ਪੋਥੀਆਂ ਨੂੰ ਜਾ ਕੇ ਜਿੱਥੇ ਸ੍ਰੀ ਅੰਮ੍ਰਿਤਸਰ ਦੀ ਧਰਤੀ 'ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਆ, ਉੱਥੇ ਹੀ ਫਿਰ ਰਾਮਸਰ ਗੁਰਦੁਆਰਾ ਸਾਹਿਬ ਜਿੱਥੇ ਅੱਜ ਇੱਕ ਛੋਟਾ ਜਿਹਾ ਸਰੋਵਰ ਹੈ, ਬੇਰੀ ਵੀ ਹੈ, ਦਰਬਾਰ ਵੀ ਬਣਿਆ ਹੈ, ਉਸ ਅਸਥਾਨ 'ਤੇ 2 ਤੰਬੂ ਲਗਵਾਏ। ਉਸ ਅਸਥਾਨ ਦੇ ਉੱਤੇ ਫਿਰ ਸਤਿਗੁਰੂ ਨੇ ਇਹ ਸਾਰੀ ਬਾਣੀ ਭਗਤ ਸਾਹਿਬਾਨ ਜੀ ਦੀ ਬਾਣੀ, 9ਵੇਂ ਪਾਤਸ਼ਾਹ ਜੀ ਦੀ ਬਾਣੀ ਤੋਂ ਛੁੱਟ ਬਾਕੀ ਸਾਰੇ ਗੁਰੂ ਸਾਹਿਬਾਨ ਜੀ ਦੀ ਬਾਣੀ ਨੂੰ ਇਕੱਤਰ ਕਰਕੇ 5 ਪਾਤਸ਼ਾਹੀਆਂ ਦੀ ਬਾਣੀ ਅਤੇ 35 ਭਗਤਾਂ ਦੀ ਗੁਰਬਾਣੀ ਜਿਹੜੀ ਹੈ ਉਹ ਫਿਰ ਸਤਿਗੁਰੂ ਜੀ ਨੇ ਆਪ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕਰਨ ਕੀਤੀ ਹੈ। ਅਤੇ ਜਦੋਂ ਫਿਰ ਇਸ ਸਾਰੀ ਗੁਰਬਾਣੀ ਨੂੰ 1601 ਦੇ ਵਿੱਚ ਇਸ ਦੀ ਆਰੰਭਤਾ ਕੀਤੀ ਗਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਣ ਦੀ, ਅਤੇ 1604 ਦੇ ਵਿੱਚ 31 ਅਗਸਤ ਨੂੰ ਇੱਕ ਰਵਾਇਤ ਦੇ ਅਨੁਸਾਰ 1604 ਇਸ ਦਿਨ ਫਿਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਸੰਪੂਰਨ ਗੁਰਬਾਣੀ ਜਿਹੜੀ ਹੈ ਇਹ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਦਰਜ ਕਰ ਦਿੱਤੀ ਗਈ। ਫਿਰ ਇਸ ਦੀ ਜਿਲਤ ਬਣਵਾ ਕੇ ਫਿਰ ਸ੍ਰੀ ਦਰਬਾਰ ਸਾਹਿਬ ਪ੍ਰਕਾਸ਼ ਹੁੰਦਾ ਹੈ। ਹੁਣ ਆਪਾਂ ਵਿਚਾਰ ਕਰਦੇ ਹਾਂ ਇਸ ਤਰੀਕੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪਹਿਲਾ ਪ੍ਰਕਾਸ਼ ਕਰਨਾ ਹੈ, ਉਸ ਸਮੇਂ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ, ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਸਭ ਤੋਂ ਵੱਧ ਸਮਾਂ ਗੁਰੂ ਸਾਹਿਬਾਨ ਜੀ ਦੀ ਸੰਗਤ ਕੀਤੀ ਹੈ, ਅਤੇ ਉਸ ਸਮੇਂ ਸਤਿਗੁਰੂ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਬਾਬਾ ਬੁੱਢਾ ਗੁਲ ਖੋਲ੍ਹੋ ਗ੍ਰੰਥ ਲੇਹੋ ਆਵਾਜ਼ਾ ਸੁਣੇ ਸਭ ਪੰਥ। ਫਿਰ ਉਸ ਸਮੇਂ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪ ਪ੍ਰਕਾਸ਼ ਦੀ ਸੇਵਾ ਕੀਤੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ, ਅਤੇ ਉੱਥੇ ਫਿਰ ਬਾਬਾ ਬੁੱਢਾ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਭ ਤੋਂ ਪਹਿਲਾ ਮੁੱਖ ਵਾਕ ਸ੍ਰੀ ਹੁਕਮਨਾਮਾ ਸਾਹਿਬ ਲਿਖਿਆ, ਅਤੇ ਉਸ ਹੁਕਮਨਾਮੇ ਦੇ ਸ਼ਬਦ ਆਏ, ਬੋਲ ਆਏ ਸੋਹੀ ਰਾਗ ਦੇ ਅੰਦਰ ਸੰਤਾਂ ਕੇ ਕਾਰਜ ਆਪ ਖਲੋਆ
ਹਰ ਕੰਮ ਕਰਾਵਨ ਆਇਆ ਰਾਮ। ਇਸ ਤਰ੍ਹਾਂ ਫਿਰ ਸਤਿਗੁਰੂ ਜੀ ਨੇ ਇਹ ਜੋ ਐਡਾ ਵੱਡਾ ਕਾਰਜ ਸੀ ਸਤਿਗੁਰਾਂ ਦੀ ਬਾਣੀ ਨੂੰ, ਜਿਸ ਬਾਣੀ ਨੇ ਸਾਰੀ ਦੁਨੀਆ ਨੂੰ ਮਾਰਗਦਰਸ਼ਨ ਬਣ ਕੇ ਰਸਤਾ ਦੇਣਾ ਹੈ, ਉਸ ਬਾਣੀ ਨੂੰ ਇਕੱਤਰ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਧਰਤੀ 'ਤੇ ਪਹਿਲਾ ਪ੍ਰਕਾਸ਼ ਕੀਤਾ, ਜਿਸ ਦਿਹਾੜ ਨੂੰ ਆਪਾਂ ਸਾਰੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ। ਸੋ ਹੁਣ ਸਤਿਗੁਰੂ ਜੀ ਨੇ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋ ਸੰਪਾਦਨਾ ਕੀਤੀ ਹੈ, ਇਸ ਬਾਣੀ ਨੂੰ ਦੁਨੀਆ ਭਰ ਦੇ ਵਿੱਚੋਂ ਸਭ ਤੋਂ ਸਿਰਮੌਰ ਗ੍ਰੰਥ ਕਿਉਂ ਮੰਨਿਆ ਜਾਂਦਾ ਹੈ? ਕਿਉਂਕਿ ਸਤਿਗੁਰੂ ਨੇ ਆਪਣੀ ਗੁਰਬਾਣੀ ਦੇ ਰਾਹੀਂ ਸਾਨੂੰ ਦੱਸਣ ਦਾ ਯਤਨ ਕੀਤਾ ਹੈ, ਉਪਦੇਸ਼ ਕੀਤਾ ਹੈ, ਸਾਨੂੰ ਚੰਗੇ ਤਰੀਕੇ ਦੇ ਨਾਲ ਬਾਖੂਬੀ ਤਰੀਕੇ ਦੇ ਨਾਲ ਸਮਝਾਇਆ ਹੈ ਕਿ ਕਿਤੇ ਸਾਡੇ ਸਿਰ ਭਟਕਦੇ ਨਾ ਰਹਿਣ। ਅਸੀਂ ਭਟਕੇ ਕਿਉਂ ਆ? ਕਿਉਂਕਿ ਅਸੀਂ ਸਤਿਗੁਰੂ ਜੀ ਦੀ ਗੁਰਬਾਣੀ ਪੜ੍ਹਨੀ ਛੱਡ ਦਿੱਤੀ, ਬਾਣੀ ਸੁਣਨੀ ਛੱਡ ਦਿੱਤੀ, ਉਸ ਬਾਣੀ ਨੂੰ ਮੰਨਦੇ ਨਹੀਂ। ਇਸ ਵਾਸਤੇ ਅੱਜ ਅਸੀਂ ਇੰਨੀ ਭਟਕਣਾ ਦੇ ਵਿੱਚ ਭਟਕ ਰਹੇ ਹਾਂ। ਸੋ ਸਤਿਗੁਰੂ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਲਿਖੀ ਹੈ ਤੇ ਅਖੀਰ ਤੇ ਇੱਕ ਸ਼ਬਦ ਉਚਾਰਨ ਕੀਤਾ ਹੈ, ਮੁੰਦਾਵਣੀ ਮਹੱਲਾ ਪੰਜਵਾਂ। ਜਿਸ ਸ਼ਬਦ ਦੇ ਅੰਦਰ ਸਤਿਗੁਰੂ ਨੇ ਦੱਸਿਆ ਕਿ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੀ ਹੈ ਤੇ ਇਸ ਦੇ ਅੰਦਰ ਜਿਹੜਾ ਵੀ ਇਸ ਨੂੰ ਪੜ੍ਹੇਗਾ, ਖੋਜੇਗਾ ਤੇ ਉਸ ਨੂੰ ਕੀ ਪ੍ਰਾਪਤ ਹੋਵੇਗਾ। ਕਿਉਂਕਿ ਆਮ ਅਸੀਂ ਦੇਖਦੇ ਹਾਂ, ਕੋਈ ਕਿਤਾਬ ਪੜ੍ਹਨੀ ਹੋਵੇ, ਕੋਈ ਗ੍ਰੰਥ ਪੜ੍ਹਨਾ ਹੋਵੇ ਤੇ ਸਭ ਤੋਂ ਪਹਿਲਾਂ ਮਨ ਅੰਦਰ ਵਿਚਾਰ ਆਉਂਦਾ ਹੈ ਕਿ ਇਹ ਗ੍ਰੰਥ ਨੂੰ ਕਿਉਂ ਪੜ੍ਹਿਆ ਜਾਵੇ, ਇਸ ਨੂੰ ਪੜ੍ਹਨ ਦਾ ਕਿਉਂ ਯਤਨ ਕੀਤਾ ਜਾਵੇ, ਇਹਦੇ ਵਿੱਚ ਐਸਾ ਕੀ ਹੈ ਤੇ ਇਸ ਦੇ ਵਿੱਚੋਂ ਸਿੱਖਿਆ ਕੀ ਮਿਲੇਗੀ। ਇਹ ਸੋਚ ਕੇ ਫਿਰ ਕੋਈ ਕਿਤਾਬ, ਕੋਈ ਗ੍ਰੰਥ ਪੜ੍ਹਿਆ ਜਾਂਦਾ ਹੈ। ਹੁਣ ਜੇ ਕੋਈ ਪੁੱਛੇ ਕਿ ਇਸ ਗ੍ਰੰਥ ਦੇ ਅੰਦਰ ਕੀ ਲਿਖਿਆ ਹੈ ਐਸਾ ਕਿ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਸਤਿਕਾਰ ਦਿੱਤਾ ਜਾਂਦਾ ਹੈ, ਚੰਦੋਆ ਲਾਇਆ ਜਾਂਦਾ ਹੈ, ਇੰਨੇ ਸੋਹਣੇ ਢੰਗ ਦੇ ਨਾਲ ਇਸ ਦਾ ਦੀਵਾਨ ਸਜਦਾ ਹੈ, ਐਸਾ ਕੀ ਇਹ ਗ੍ਰੰਥ ਤੇ ਦੁਨੀਆ ਤੇ ਹੋਰ ਹੀ ਬੜੇ ਨੇ। ਤੇ ਸਾਧ ਸੰਗਤ, ਸਭ ਤੋਂ ਪਹਿਲਾਂ ਤੇ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਹੀ ਜ਼ਰੂਰ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਮਨ ਅੰਦਰੋਂ ਵਿਸਰ ਜਾਂਦਾ ਹੈ। ਜਿਵੇਂ 10 ਗੁਰੂ ਸਾਹਿਬਾਨ ਜੀ ਦਾ ਨਾਮ ਹੈ ਨਾ, ਇਸੇ ਤਰ੍ਹਾਂ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਨਾਮ ਹੈ ਆਦਿ ਸ੍ਰੀ ਗ੍ਰੰਥ ਸਾਹਿਬ ਜੀ। ਕਿਉਂਕਿ ਬਹੁਤ ਘੱਟ ਸਾਡੇ ਮਨਾਂ ਦੇ ਅੰਦਰ ਇਹ ਵਿਚਾਰ ਆਉਂਦਾ ਹੈ। ਅਸੀਂ ਆਮ ਇਹ ਗੱਲ ਆਖ ਦਿੰਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪਰ ਇਹਨਾਂ ਦਾ ਪੂਰਾ ਨਾਮ ਹੈ ਧੰਨ ਸ਼੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜੀ। ਤੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਫਿਰ ਇਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਨੂੰ ਸਮਝਾਉਣ ਦਾ ਯਤਨ ਕੀਤਾ। ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ। ਹੁਣ ਥਾਲ ਦਾ ਕਿਉਂ ਨਾਮ ਦਿੱਤਾ ਹੈ ਸਤਿਗੁਰੂ ਨੇ ਇਸ ਗ੍ਰੰਥ ਨੂੰ? ਕਿਉਂਕਿ ਇਸ ਦਾ ਸ਼ਬਦ ਦਾ ਨਾਮ ਹੈ ਮੁੰਦਾਵਣੀ। ਮੁੰਦਾਵਣੀ ਕਿਸ ਨੂੰ ਕਿਹਾ ਜਾਂਦਾ ਹੈ? ਮੁੰਦਾਵਣੀ ਨਾਮ ਹੈ ਮੋਹਰ ਦਾ। ਪੁਰਾਣੇ ਸਮੇਂ ਦੇ ਵਿੱਚ ਜਦੋਂ ਰਾਜੇ ਦੇ ਵਾਸਤੇ ਭੋਜਨ ਤਿਆਰ ਹੁੰਦਾ ਸੀ ਤੇ ਉਸ ਭੋਜਨ ਨੂੰ ਤਿਆਰ ਕਰਨ ਵਾਲਾ ਕੋਈ ਹੋਰ, ਫਿਰ ਉਸ ਭੋਜਨ ਨੂੰ ਪਹਿਲਾਂ ਖਾ ਕੇ ਉਸ ਨੂੰ ਚੱਖਿਆ ਜਾਂਦਾ ਹੈ ਕਿ ਇਸ ਦੇ ਵਿੱਚ ਕੋਈ ਕਮੀ ਤਾਂ ਨਹੀਂ, ਕੋਈ ਜ਼ਹਿਰ ਤਾਂ ਨਹੀਂ ਮਿਲਾਈ ਗਈ। ਜਦੋਂ ਉਹ ਭੋਜਨ ਚੱਖ ਕੇ ਪੂਰਾ ਪਾਸ ਹੋ ਜਾਂਦਾ ਸੀ ਤੇ ਉਸ ਨੂੰ ਫਿਰ ਸੀਲ ਲਗਾ ਕੇ ਰਾਜੇ ਦੇ ਪਾਸ ਭੇਜਿਆ ਜਾਂਦਾ ਹੈ। ਜਿਹੜੀ ਉਸ ਸਮੇਂ ਸੀਲ ਲਾਈ ਜਾਂਦੀ ਸੀ ਉਸ ਨੂੰ ਮੁੰਦਾਵਣੀ ਕਿਹਾ ਜਾਂਦਾ ਸੀ। ਉਹ ਜਿਹੜੀ ਸੀਲ ਸੀ ਉਹ ਰਾਜਾ ਖੋਲ੍ਹ ਕੇ ਉਸ ਸੀਲ ਨੂੰ ਪਰਖ ਕੇ, ਮੁੰਦਾਵਣੀ ਨੂੰ ਪਰਖ ਕੇ ਫਿਰ ਉਸ ਨੂੰ ਭੋਜਨ ਨੂੰ ਖਾਂਦਾ ਸੀ। ਇਸ ਤਰ੍ਹਾਂ ਸਤਿਗੁਰੂ ਜੀ ਨੇ ਇਹ ਜਿਹੜਾ ਗ੍ਰੰਥ ਸਾਨੂੰ ਦਿੱਤਾ ਹੈ ਨਾ, ਸਤਿਗੁਰੂ ਨੇ ਇਸ ਨੂੰ ਵੀ ਇੱਕ ਥਾਲ ਦਾ ਰੂਪ ਦਿੱਤਾ ਹੈ ਕਿ ਜਿਵੇਂ ਥਾਲ ਦੇ ਵਿੱਚ ਭੋਜਨ ਪਰੋਸਿਆ ਜਾਂਦਾ ਹੈ ਨਾ, ਤੇ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਐਸਾ ਗ੍ਰੰਥ ਹੈ ਜਿਹਦੇ ਵਿੱਚ 3 ਚੀਜ਼ਾਂ ਨੇ। ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ। ਸਤਿਗੁਰੂ ਜੀ ਆਖਣ ਲੱਗੇ ਪਹਿਲਾਂ ਤੇ ਇਹਦੇ 'ਚ ਸੱਚ ਲਿਖਿਆ ਹੈ, ਇੱਕ ਇੱਕ ਸ਼ਬਦ ਜਿਹੜਾ ਹੈ ਉਹ ਸੱਚਾ ਹੈ। ਉਸ ਦੇ ਵਿੱਚ ਉਹ ਪਰਮਾਤਮਾ ਕੀ ਹੈ ਤੇ ਉਹ ਪਰਮਾਤਮਾ ਨੂੰ ਕਿਵੇਂ ਪਾਇਆ ਜਾਣਾ ਹੈ, ਇਹਦੇ ਵਿੱਚ ਇੱਕ ਵੀ ਐਸਾ ਲਫ਼ਜ਼ ਨਹੀਂ ਹੈ ਜਿਹੜਾ ਝੂਠ ਹੋਵੇ। ਸਾਰੀ ਦੁਨੀਆ ਦਾ, ਸਾਰੇ ਯੁਗਾਂ ਦਾ, ਇਹ ਦੁਨੀਆ 'ਤੇ ਭਾਵੇਂ ਕੀ ਕੁਝ ਸੀ ਪਹਿਲਾਂ ਤੇ ਮਗਰੋਂ ਕੀ ਕੁਝ ਹੋਵੇਗਾ, ਉਹ ਸਾਰਾ ਸਤਿਗੁਰ ਨੇ ਸੱਚ ਜਿਹੜਾ ਹੈ ਨਾ, ਇਹ ਦੁਨੀਆ ਦਾ, ਇਸ ਸੰਸਾਰ ਦਾ, ਇਸ ਬ੍ਰਹਿਮੰਡ ਦਾ, ਉਹ ਸਾਰੇ ਦਾ ਸਾਰਾ ਸੱਚ ਜਿਹੜਾ ਹੈ ਸਤਿਗੁਰ ਨੇ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕੀਤਾ ਹੈ। ਇਹਦੀ ਵਿਲੱਖਣਤਾ ਕੀ ਹੈ? ਇਹ ਬਾਣੀ ਤੇ ਭਾਵੇਂ ਅੱਜ ਤੋਂ 550 ਸਾਲ ਪਹਿਲਾਂ ਉਚਾਰਨ ਸ਼ੁਰੂ ਕੀਤੀ ਗਈ,
ਪਰ ਇਸ ਬਾਣੀ ਨੂੰ ਅੱਜ ਵੀ ਜਦੋਂ ਅਸੀਂ ਪੜ੍ਹਦੇ ਹਾਂ ਨਾ, ਤੇ ਇਸ ਬਾਣੀ ਦੀ ਵਿਲੱਖਣਤਾ ਇਹ ਹੈ, ਤੇ ਉਸ ਸਮੇਂ ਵੀ ਸਤਿਗੁਰੂ ਜੀ ਨੇ ਉਹ ਸ਼ਬਦ ਉਚਾਰਨ ਕੀਤੇ, ਤੇ ਅੱਜ ਵੀ ਜਦੋਂ ਉਹ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਤੇ ਇਉਂ ਮਹਿਸੂਸ ਹੁੰਦਾ ਹੈ ਕਿ ਇਹ ਸ਼ਬਦ ਜਿਹੜਾ ਸਤਿਗੁਰੂ ਨੇ ਉਚਾਰਨ ਕੀਤਾ, ਇਹ ਤੇ ਸਾਡੇ ਤੇ ਪੂਰਾ ਢੁਕਦਾ ਹੈ। ਇਹ ਸ਼ਬਦ ਦੇ ਅੰਦਰ ਜਿਹੜੀ ਹਾਲਤ ਸਤਿਗੁਰੂ ਜੀ ਨੇ ਬਿਆਨ ਕੀਤੀ ਹੈ, ਉਹ ਹਾਲਤ ਤੇ ਸਾਡੀ ਆਪਣੀ ਆਪ ਦੀ ਹੈ। ਉਹ ਭਾਵੇਂ ਉਹ ਪਰਮਾਤਮਾ ਦੇ ਗੁਣ ਦਿੱਤੇ ਗਏ ਹੋਣ, ਭਾਵੇਂ ਸਾਡੀ ਦੁਨਿਆਵੀ ਬੰਦਿਆਂ ਦੀ ਹਾਲਤ ਦੱਸੀ ਗਈ ਹੋਵੇ, ਤੇ ਭਾਵੇਂ ਧਰਮੀ ਬੰਦੇ ਜਿਹੜੇ ਸਿਮਰਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਧਰਮ ਦੇ ਕਰਮ ਕਰਦੇ ਨੇ, ਉਹਨਾਂ ਦੀ ਕੈਸੀ ਹਾਲਤ ਹੁੰਦੀ ਹੈ, ਉਹਨਾਂ ਦੇ ਨਾਲ ਕੀ ਕੁਝ ਵਾਪਰਦਾ ਹੈ, ਉਹ ਸਾਰਾ ਸਤਿਗੁਰੂ ਨੇ ਇਸ ਬਾਣੀ ਦੇ ਅੰਦਰ ਦੱਸਿਆ ਹੈ। ਇਸ ਤਰ੍ਹਾਂ ਸਤਿਗੁਰੂ ਜੀ ਹਨ, ਸਭ ਤੋਂ ਪਹਿਲਾਂ ਤੇ ਇਹਦੇ ਅੰਦਰ ਸੱਚ ਲਿਖਿਆ ਗਿਆ ਹੈ, ਫਿਰ ਇਸਦੇ ਅੰਦਰ ਉਹ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕੀਤੀ ਗਈ ਹੈ। ਤੇ ਸਤਿਗੁਰੂ ਜੀ ਫਿਰ ਇਵੇਂ ਆਖਦੇ ਨੇ, ਥਾਲ ਵੇਤਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਸਭ ਤੋਂ ਵੱਡੀ ਗੱਲ ਜਿਹੜੀ ਹੈ, ਜਿਹੜਾ ਮੌਤ ਤੋਂ ਰਹਿਤ ਉਹ ਅਕਾਲ ਪੁਰਖ ਪਰਮਾਤਮਾ ਹੈ ਨਾ, ਅੰਮ੍ਰਿਤ ਹੈ, ਜਿਹਦੇ ਨੇੜੇ ਮੌਤ ਫਰਕਦੀ ਨਹੀਂ। ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਜੁਗੋ ਜੁਗ ਅਟਲ ਹੈ, ਉਹ ਪਰਮਾਤਮਾ ਦਾ ਨਾਮ ਹੈ ਨਾ। ਜੇ ਉਹ ਪਰਮਾਤਮਾ ਦਾ ਸੱਚਾ ਨਾਮ, ਜਿਸ ਨਾਮ ਨੂੰ ਜਪਣ ਦੇ ਨਾਲ ਇਸ ਸੰਸਾਰ ਦੇ ਜੀਵਾਂ ਦੀ ਕਲਿਆਣ ਹੋਣੀ ਹੈ, ਜੀਵਨ ਸਫਲ ਹੋਣਾ ਹੈ, ਉਹ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਜਿਹੜਾ ਹੈ ਨਾ, ਉਹ ਸਤਿਗੁਰ ਨੇ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਕੀਤਾ ਹੈ। ਦੁਨੀਆ ਉੱਤੇ ਹੋਰ ਵੀ ਬੜੇ ਨਾਮ ਨੇ, ਬੜੇ ਗ੍ਰੰਥ ਨੇ, ਪਰ ਕਿਸੇ ਗ੍ਰੰਥ ਦੇ ਅੰਦਰ, ਕਿਸੇ ਨਾਮ ਦੇ ਅੰਦਰ ਇੰਨੀ ਤਾਕਤ ਨਹੀਂ ਕਿ ਉਹ ਬੰਦੇ ਨੂੰ ਜਨਮ ਮਰਨ ਤੋਂ ਮੁਕਤ ਕਰ ਸਕੇ। ਕਿਉਂਕਿ ਅੰਮ੍ਰਿਤ ਜਿਹੜਾ ਹੁੰਦਾ ਹੈ ਨਾ, ਅੰਮ੍ਰਿਤ ਜਿਹੜਾ ਬੰਦਾ ਛਕ ਲਵੇ, ਅੰਮ੍ਰਿਤ ਦੀ ਜਿਹੜੀ ਪਰਿਭਾਸ਼ਾ ਹੈ ਉਹ ਇਹੀ ਹੈ ਕਿ ਅੰਮ੍ਰਿਤ ਜਿਹੜਾ ਹੈ ਉਹ ਬੰਦੇ ਨੂੰ ਮੌਤ ਤੋਂ ਰਹਿਤ ਕਰ ਦਿੰਦਾ ਹੈ, ਜਨਮ ਮਰਨ ਤੋਂ ਮੁਕਤ ਕਰ ਦਿੰਦਾ ਹੈ। ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਕਿ ਇਸ ਗ੍ਰੰਥ ਦੇ ਅੰਦਰ ਅਸੀਂ ਅੰਮ੍ਰਿਤ ਰੂਪੀ ਸਤਿਗੁਰਾਂ ਦਾ ਨਾਮ ਪਾ ਦਿੱਤਾ ਹੈ। ਤੇ ਉਹ ਨਾਮ ਦੀ ਬਖਸ਼ਿਸ਼ ਕੈਸੀ ਹੈ, ਜੇ ਥਾਲ ਵੇਤਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜਿਹੜਾ ਸਾਰਿਆਂ ਦਾ ਆਧਾਰ ਹੈ, ਆਸਰਾ ਹੈ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਹੁਣ ਸਤਿਗੁਰੂ ਜੀ ਨੇ ਵੇਖੋ ਕਿੱਡੀ ਵੱਡੀ ਉਦਾਹਰਨ ਦਿੱਤੀ ਹੈ। ਅਸੀਂ ਥਾਲੀ ਦੇ 'ਚ ਭੋਜਨ ਪਾਉਂਦੇ ਹਾਂ, ਥਾਲੀ ਦੇ 'ਚ ਭੋਜਨ ਪਾ ਲਿਆ, ਤੇ ਉਸ ਭੋਜਨ ਨੂੰ ਪਾ ਕੇ ਪਰੋਸ ਕੇ ਅਸੀਂ ਕਿਸੇ ਦੇ ਅੱਗੇ ਰੱਖੀਏ, ਤੇ ਹੁਣ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ, ਜਿਹੜਾ ਤੇ ਬੰਦਾ ਭੁੱਖਾ ਹੋਵੇ ਨਾ, ਉਸ ਨੂੰ ਜੇ ਪੁੱਛੇ ਕਿ ਇਹ ਹੁਣ ਭੋਜਨ ਖਾਣਾ ਕਿਵੇਂ, ਤਿਆਰ ਵੀ ਹੋ ਚੁੱਕਾ ਹੈ, ਮੇਰੇ ਅੱਗੇ ਪਰੋਸ ਕੇ ਵੀ ਰੱਖ ਦਿੱਤਾ ਹੈ, ਇਹਨੂੰ ਖਾਣ ਦਾ ਕੀ ਤਰੀਕਾ ਹੈ? ਬਸ ਭੁੱਖੇ ਬੰਦੇ ਨੂੰ ਫਿਰ ਤਰੀਕਾ ਨਹੀਂ ਵੇਖਦਾ, ਉਹਦੇ ਕੋਲ ਫਿਰ ਜਿੱਦਾਂ ਵੀ ਉਹਦਾ ਮਨ ਕਰਦਾ ਹੈ, ਉਹ ਕੇਵਲ ਤੇ ਕੇਵਲ ਉਹਨੂੰ ਆਪਣੀ ਭੁੱਖ ਦੇਦੀ ਹੈ, ਤੇ ਉਹ ਫਿਰ ਭੋਜਨ ਖਾਣ ਦਾ ਯਤਨ ਕਰਦਾ ਹੈ। ਜਿੰਨਾ ਉਹਦਾ ਮਨ ਕਰਦਾ ਭੋਜਨ ਛਕੀ ਜਾਂਦਾ ਹੈ, ਕਾਹਲੀ ਦੇ ਨਾਲ, ਛੇਤੀ ਦੇ ਨਾਲ, ਭਾਵੇਂ ਚੰਗੀ ਤਰ੍ਹਾਂ ਚਿੱਥਿਆ ਵੀ ਨਹੀਂ ਜਾਂਦਾ। ਉਹਦਾ ਧਿਆਨ ਕੀ ਹੈ ਕਿ ਮੇਰੀ ਭੁੱਖ ਮਿਟੇ। ਤੇ ਸਤਿਗੁਰੂ ਜੀ ਵੀ ਆਖਦੇ ਨੇ ਕਿ ਸਭ ਤੋਂ ਪਹਿਲਾਂ ਤੇ ਇਹ ਜਿਹੜਾ ਸਤਿਗੁਰਾਂ ਦਾ ਥਾਲ ਰੂਪੀ ਗ੍ਰੰਥ ਹੈ ਨਾ, ਇਹਦੇ ਵਿੱਚ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਹੈ। ਜਿਹੜਾ ਇਸ ਨੂੰ ਖਾਵੇਗਾ, ਪੁੰਚੇਗਾ, ਪਚਾਵੇਗਾ, ਉਸੇ ਦਾ ਉਧਾਰ ਹੋਵੇਗਾ। ਹੁਣ ਗੱਲ ਆਉਂਦੀ ਹੈ ਕਿ ਇਹ ਭੋਜਨ ਖਾਇਆ ਕਿਵੇਂ ਜਾਵੇ, ਇਸ ਨੂੰ ਪਚਾਇਆ ਕਿਵੇਂ ਜਾਵੇ। ਸਭ ਤੋਂ ਪਹਿਲਾਂ ਤੇ ਇਹ, ਜਿਵੇਂ ਭੁੱਖਾ ਬੰਦਾ ਹੋਵੇ ਨਾ, ਉਸ ਨੂੰ ਕੋਈ ਧਿਆਨ ਨਹੀਂ ਕਿ ਉਹ ਪੁੱਛਦਾ ਨਹੀਂ ਕਿ ਇਹਨੂੰ ਮੈਂ ਖਾਵਾਂ ਕਿਵੇਂ, ਉਹ ਜਿਵੇਂ ਵੀ ਉਹਦਾ ਯਤਨ ਹੁੰਦਾ ਹੈ ਖਾ ਲੈਂਦਾ ਹੈ। ਤੇ ਜਿਹੜਾ ਵੀ ਧਰਮੀ ਬੰਦਾ, ਜਿਹਦੇ ਅੰਦਰ ਭਾਵਨਾ ਆ ਗਈ ਹੈ ਕਿ ਮੈਂ ਸਤਿਗੁਰਾਂ ਦਾ ਸਿਮਰਨ ਕਰਨਾ ਹੈ, ਸਤਿਗੁਰਾਂ ਦੀ ਬਾਣੀ ਪੜ੍ਹਨੀ ਹੈ, ਫਿਰ ਉਸ ਨੂੰ ਨਹੀਂ ਕੋਈ ਮਤਲਬ ਹੁੰਦਾ ਕਿ ਇਹ ਬਾਣੀ ਪੜ੍ਹਨ ਦਾ ਤਰੀਕਾ ਕੀ ਹੈ, ਬਾਣੀ ਕਿਵੇਂ ਪੜ੍ਹੀਏ, ਸਿਮਰਨ ਕਿਵੇਂ ਕਰੀਏ। ਉਹਦਾ ਧਿਆਨ ਕੀ ਹੈ ਕਿ ਜਿਵੇਂ ਭੁੱਖ ਜਿਹੜੀ ਹੈ ਉਹ ਭੋਜਨ ਖਾਣ ਦੇ ਨਾਲ ਮਿਟਦੀ ਹੈ, ਤੇ ਜਿਹੜੀ ਮੇਰੇ ਅੰਦਰ ਸ਼ਾਂਤੀ ਹੈ ਨਾ, ਅਸ਼ਾਂਤ ਹੋਇਆ ਪਿਆ ਹੈ, ਉਹ ਪਰਮਾਤਮਾ ਦੇ ਨਾਮ ਦੀ ਜਿਹੜੀ ਭੁੱਖ, ਜਿਹੜੇ ਆਨੰਦ ਦੀ ਰਸ ਦੀ ਭੁੱਖ ਮੇਰੇ ਅੰਦਰ ਹੈ, ਉਹ ਪਰਮਾਤਮਾ ਦਾ ਨਾਮ ਮੈਂ ਕਿਵੇਂ ਜਪਾਂ ਤੇ ਕਿਵੇਂ ਮਿਟੇ, ਉਹਦਾ ਧਿਆਨ ਨਹੀਂ ਰਹਿੰਦਾ। ਉਹ ਕੇਵਲ ਤੇ ਕੇਵਲ ਬਸ ਪਰਮਾਤਮਾ ਦਾ ਸਿਮਰਨ ਕਰਦਾ ਹੈ, ਬਾਣੀ ਪੜ੍ਹਦਾ ਹੈ, ਤੇ ਆਪ ਦਾ ਆਨੰਦ ਲੈਂਦਾ ਹੈ। ਪਰਮਾਤਮਾ ਦੇ ਨਾਮ ਦੀ ਜਿਹੜੀ ਭੁੱਖ ਲੱਗੀ ਹੈ, ਉਸ ਨੂੰ ਮਿਟਾਉਣ ਦਾ ਜਿਹੜਾ ਇਹੋ ਉਹਦਾ ਧਿਆਨ ਹੁੰਦਾ ਹੈ। ਪਰ ਇੱਥੇ ਇੱਕ ਹੋਰ ਗੱਲ ਵਿਚਾਰਨ ਵਾਲੀ ਹੈ।
ਬੇਸ਼ੱਕ ਭਾਵੇਂ ਰੋਟੀ ਖਾਣ ਦਾ ਕੋਈ ਤਰੀਕਾ ਨਹੀਂ ਹੈ, ਪਰ ਫਿਰ ਵੀ ਧਿਆਨ ਦੇਣਾ ਇੱਕ ਜੁਗਤੀ ਜ਼ਰੂਰ ਹੈ ਕਿ ਥਾਲੀ ਅੱਗੇ ਆ ਗਈ ਹੈ, ਹੱਥ ਦੇ ਨਾਲ ਬੁਰਕੀ ਤੋੜਨੀ ਹੈ ਤੇ ਉਸ ਬੁਰਕੀ ਨੂੰ ਤੋੜ ਕੇ ਮੂੰਹ ਦੇ ਵਿੱਚ ਵੀ ਪਾਉਣਾ ਪਵੇਗਾ। ਪ੍ਰਸ਼ਾਦਾ ਛਕਣ ਦਾ ਕੋਈ ਤਰੀਕਾ ਨਹੀਂ, ਪਰ ਧਿਆਨ ਦੇਣਾ ਫਿਰ ਵੀ ਇੱਕ ਤਰੀਕਾ ਹੈ, ਇੱਕ ਜੁਗਤੀ ਹੈ ਕਿ ਅਸੀਂ ਕਿਸੇ ਨੂੰ ਦੱਸ ਵੀ ਸਕਦੇ ਹਾਂ ਕਿ ਪਹਿਲਾਂ ਰੋਟੀ ਦੀ ਬੁਰਕੀ ਤੋੜੀਏ, ਉਸ ਨੂੰ ਫਿਰ ਸਬਜ਼ੀ ਦੇ 'ਚ ਲਾ ਕੇ ਮੂੰਹ ਦੇ 'ਚ ਰੱਖ ਕੇ ਚਬਾ ਕੇ ਤੇ ਫਿਰ ਉਸ ਨੂੰ ਅਸੀਂ ਆਪਦੇ ਅੰਦਰ ਲਿਜਾਵਾਂਗੇ ਤੇ ਫਿਰ ਉਹ ਪਚੇਗੀ ਤੇ ਪਚਿਆ ਹੋਇਆ ਹੀ ਭੋਜਨ ਜਿਹੜਾ ਹੈ ਉਹ ਅਸਰ ਕਰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਯਾਦ ਨੇ ਜਿਹੜੀ ਸਤਿਗੁਰਾਂ ਦੀ ਬਾਣੀ ਹੈ ਨਾ, ਇਹ ਬਾਣੀ ਵੀ ਬੇਸ਼ੱਕ ਭਾਵੇਂ ਅਸੀਂ ਪੜ੍ਹ ਲਈ, ਪੜ੍ਹਨ ਦਾ ਮਤਲਬ ਹੈ ਕਿ ਅਸੀਂ ਭੋਜਨ ਖਾ ਲਿਆ ਹੈ, ਗੱਲ ਅੱਗੇ ਆ ਜਾਂਦੀ ਪਚਣ ਦੀ। ਜੇ ਭੋਜਨ ਸਰੀਰ ਦੇ ਅੰਦਰ ਪਚਿਆ ਨਹੀਂ ਤੇ ਭੋਜਨ ਖਾਦੇ ਦਾ ਕੋਈ ਫਾਇਦਾ ਨਹੀਂ ਹੋਵੇਗਾ। ਜੇ ਖਾਧਾ ਹੈ ਤੇ ਉਸੇ ਤਰ੍ਹਾਂ ਹੀ ਬਾਹਰ ਨਿਕਲ ਗਿਆ ਤੇ ਉਸ ਦਾ ਕੋਈ ਮਤਲਬ ਨਹੀਂ ਹੋਵੇਗਾ। ਉਸ ਦੀ ਜਿਹੜਾ ਆਨੰਦ ਹੈ, ਜਿਹੜਾ ਰਸ ਹੈ, ਜਿਹੜੀ ਤਾਕਤ ਸਰੀਰ ਨੂੰ ਮਿਲਣੀ ਸੀ ਭੋਜਨ ਦੀ, ਉਹ ਨਹੀਂ ਮਿਲਣੀ। ਇਵੇਂ ਸਤਿਗੁਰੂ ਜੀ ਯਾਦ ਨੇ ਕਿ ਇਹ ਭੋਜਨ ਤੇ ਅਸੀਂ ਬਾਣੀ ਪੜ੍ਹ ਲਈਏ, ਸਿਮਰਨ ਕਰ ਲਿਆ ਹੈ, ਫਿਰ ਉਸ ਨੂੰ ਪਚਾਉਣਾ ਕਿਵੇਂ ਹੈ, ਉਹਦਾ ਜਿਹੜੀ ਤਰੀਕਾ ਹੈ, ਜੁਗਤੀ ਹੈ। ਜਿਵੇਂ ਭੋਜਨ ਖਾਣ ਦਾ ਵੀ ਇੱਕ ਜੁਗਤੀ ਹੈ, ਇੱਕ ਤਰੀਕਾ ਹੈ, ਤੇ ਸਿਮਰਨ ਕਰਨ ਦੇ ਵੀ ਕਈ ਜੁਗਤੀਆਂ ਨੇ, ਕਈ ਤਰੀਕੇ ਨੇ। ਜਿਹੜਾ ਸਿੱਖਣਾ ਚਾਹਵੇ, ਜਿਨ੍ਹਾਂ ਨੇ ਉਸ ਜੁਗਤੀਆਂ ਨੂੰ ਅਪਣਾਇਆ ਹੈ, ਫਿਰ ਉਹ ਰਾਸਤਾ ਦੱਸਦੇ ਨੇ। ਜਿਵੇਂ ਇਹ ਇੱਕ ਮੈਂ ਛੋਟੀ ਜਿਹੀ ਉਦਾਹਰਨ ਦੇਵਾਂ, ਹੋਰ ਸੌਖੇ ਤਰੀਕੇ ਨਾਲ ਸਮਝ ਆ ਜਾਵੇ। ਜਿਵੇਂ ਅਸੀਂ ਹੁਣ ਜਾਣਾ ਹੋਵੇ ਸ਼ਹਿਰ ਸੁਲਤਾਨਪੁਰ ਲੋਧੀ, ਪਰ ਰਾਸਤੇ ਕਈ ਨੇ ਆਉਂਦੇ, ਕੋਈ ਦੂਰ ਦੀ ਆਉਂਦਾ ਹੈ, ਕੋਈ ਨੇੜੇ ਦੀ ਆਉਂਦਾ ਹੈ। ਇਵੇਂ ਹੀ ਸਤਿਗੁਰੂ ਜੀ ਯਾਦ ਨੇ ਸਾਰਿਆਂ ਦੀ ਮੰਜ਼ਿਲ ਤੇ ਉਹ ਪਰਮਾਤਮਾ ਨੂੰ ਪਾਉਣਾ, ਉਹ ਕਾਲਪੁਰ ਪਰਮਾਤਮਾ ਤੱਕ ਪਹੁੰਚਣਾ। ਪਰ ਕਈ ਜੁਗਤੀਆਂ ਐਸੀਆਂ ਨੇ, ਕਈ ਰਾਸਤੇ ਐਸੇ ਨੇ ਜਿਹੜੇ ਛੇਤੀ ਬੰਦੇ ਨੂੰ ਪਹੁੰਚਾ ਦਿੰਦੇ ਨੇ, ਤੇ ਕਈ ਐਸੇ ਰਾਸਤੇ ਨੇ ਜਿਹੜੇ ਵਲਵਲਵੇਂ ਖਾ ਕੇ ਤੇ ਦੂਰ ਦੀ ਆਉਂਦੇ ਨੇ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੇ ਰਾਸਤੇ ਨੇ। ਧਰਮ ਤੇ ਹੋਰ ਹੀ ਬੜੇ ਦੁਨੀਆ 'ਤੇ ਨੇ, ਭਾਵੇਂ ਇਸਲਾਮ ਧਰਮ ਹੈ, ਭਾਵੇਂ ਸਨਾਤਨ ਧਰਮ ਹੈ, ਇਹ ਨਹੀਂ ਕਿ ਉਹ ਮੁਕਤ ਨਹੀਂ ਹੋ ਸਕਦੇ, ਪਰ ਉਹਨਾਂ ਦੇ ਰਾਸਤੇ ਬੜੇ ਲੰਬੇ ਨੇ। ਉਸ ਦੇ ਵਾਸਤੇ ਬੜੀ ਘਾਲਣਾ ਘਾਲਣੀ ਪੈਂਦੀ ਹੈ। ਪਰ ਜਿਹੜਾ ਰਾਸਤਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹੈ ਨਾ, ਜਿਹੜੀ ਜੁਗਤੀ, ਜਿਹੜਾ ਉਹ ਪਰਮਾਤਮਾ ਦੇ ਨਾਮ ਜਪਣ ਦਾ ਤਰੀਕਾ ਸਤਿਗੁਰੂ ਜੀ ਦੱਸਦੇ ਨੇ, ਉਸ ਤਰੀਕੇ ਦੇ ਨਾਲ ਬੜੇ ਸਹਿਜੇ, ਬੜੇ ਸੌਖੇ ਤਰੀਕੇ ਦੇ ਨਾਲ ਉਹ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਆਖਦੇ ਨੇ ਕਿ ਜਿਹੜਾ ਇਸ ਪਰਮਾਤਮਾ ਦੇ ਨਾਮ ਨੂੰ ਖਾਵੇਗਾ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਜਿਹੜਾ ਇਸ ਬਾਣੀ ਨੂੰ ਪੜ੍ਹੇਗਾ, ਇਸ ਨੂੰ ਫਿਰ ਮੰਨੇਗਾ ਵੀ, ਇਸ ਨੂੰ ਮੰਨ ਕੇ ਆਪਣੇ ਜੀਵਨ ਦੇ ਅੰਦਰ ਢਾਲੇਗਾ ਵੀ, ਫਿਰ ਸਤਿਗੁਰੂ ਜੀ ਆਖਦੇ ਉਸੇ ਦਾ ਉਧਾਰ ਹੋਵੇਗਾ, ਉਸੇ ਦਾ ਹੀ ਜੀਵਨ ਜਿਹੜਾ ਹੈ ਉਹ ਸਫਲ ਹੋਵੇਗਾ। ਇਸ ਪ੍ਰਕਾਰ ਸਤਿਗੁਰੂ ਜੀ ਨੇ ਇਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਬਸ ਮਨ ਦੇ ਅੰਦਰ ਸਾਡੇ ਇਹ ਵਿਚਾਰ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੀ ਭੁੱਖ ਮਿਟਾਉਣੀ ਹੈ। ਤੇ ਜੇ ਅਸੀਂ ਉਸ ਭੁੱਖ ਨੂੰ ਮਿਟਾਉਣ ਦਾ, ਰੋਟੀ ਖਾਣ ਦਾ, ਨਾਮ ਜਪਣ ਦਾ ਤਰੀਕਾ ਵੀ ਕੋਈ ਸਿੱਖਣਾ ਚਾਹੁੰਦੇ ਹਾਂ, ਤੇ ਉਹ ਵੀ ਕਈ ਰਾਸਤੇ ਨੇ, ਕਈ ਜੁਗਤੀਆਂ ਨੇ, ਜਿਨ੍ਹਾਂ ਦੇ ਨਾਲ ਅਸੀਂ ਉਹ ਸਹਿਜੇ ਤਰੀਕੇ ਦੇ ਨਾਲ, ਕਿਉਂਕਿ ਭੋਜਨ ਛਕਣਾ ਹੈ ਨਾ, ਜੇ ਅਸੀਂ ਛੇਤੀ ਦੇ ਨਾਲ ਨਾ ਚਿੱਥੀਏ, ਸਬੂਤਾ ਹੀ ਭੋਜਨ ਜਿਹੜਾ ਹੈ ਬੁਰਕੀ ਅੰਦਰ ਲੰਘਾਈ ਜਾਈਏ, ਤੇ ਉਹ ਭੋਜਨ ਬੜਾ ਔਖਾ ਪਚਦਾ ਹੈ, ਪਚਾਉਣਾ ਬੜਾ ਔਖਾ ਹੈ। ਕਈ ਐਸੀਆਂ ਵੀ ਭੋਜਨ ਨੇ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਚਿੱਥਾਂਗੇ ਤੇ ਉਹਨਾਂ ਦਾ ਫੇਰ ਹੀ ਜਿਹੜਾ ਹੈ ਨਾ, ਉਹ ਸਾਡੇ ਸਰੀਰ ਨੂੰ, ਤਨ ਨੂੰ ਅਸਰ ਮਿਲੇਗਾ। ਇਵੇਂ ਸਤਿਗੁਰਾਂ ਦੀ ਬਾਣੀ ਕਿਵੇਂ ਚਿੱਥਣੀ ਹੈ, ਕਿਵੇਂ ਪੜ੍ਹਨ ਦਾ ਤਰੀਕਾ ਹੈ, ਕਿਉਂਕਿ ਸਤਿਗੁਰੂ ਜੀ ਦੀ ਸੰਥਿਆ ਲੈਣੀ ਬੜੀ ਜ਼ਰੂਰੀ ਹੈ। ਗਲਤ ਭੋਜਨ ਖਾਈ ਜਾਵਾਂਗੇ ਤੇ ਉਹਦਾ ਗਲਤ ਅਸਰ ਹੋਵੇਗਾ। ਜਿਸ ਤਰੀਕੇ ਦੇ ਨਾਲ ਕੋਈ ਦਵਾਈ ਖਾਣੀ ਹੈ, ਜੇ ਗਲਤ ਦਵਾਈ ਖਾਈ ਜਾਵਾਂਗੇ ਤੇ ਆਖਾਂਗੇ ਸ਼ਾਇਦ ਇਸ ਦੇ ਨਾਲ ਰੋਗ ਠੀਕ ਹੋ ਜਾਵੇਗਾ। ਜਿਹੜਾ ਰੋਗ ਹੈ ਉਹ ਰੋਗ ਦੀ ਸਹੀ ਦਵਾਈ ਖਾਣੀ ਪਵੇਗੀ ਤੇ ਫਿਰ ਉਹ ਰੋਗ ਠੀਕ ਹੁੰਦਾ ਹੈ। ਇਵੇਂ ਹੀ ਸਤਿਗੁਰਾਂ ਦੀ ਗੁਰਬਾਣੀ ਜਿਹੜੀ ਹੈ ਇਹ ਸਿੱਖਣੀ ਵੀ ਬੜੀ ਜ਼ਰੂਰੀ ਹੈ। ਸਤਿਗੁਰ ਦੀ ਬੜੀ ਕਿਰਪਾ ਹੈ ਸਾਰੇ ਹੀ ਨਗਰ ਉੱਤੇ ਕਿ ਸਤਿਗੁਰਾਂ ਨੇ ਆਪਣੀ ਇਸ ਬਾਣੀ ਨੂੰ, ਸਾਰੇ ਹੀ ਤਕਰੀਬਨ ਘਰ ਦੇ ਅੰਦਰ ਇਹ ਬਾਣੀ ਪੜ੍ਹ ਲੈਂਦੇ ਹਾਂ, ਇਸ ਬਾਣੀ ਨੂੰ ਵਿਚਾਰ ਲੈਂਦੇ ਹਾਂ। ਸਤਿਗੁਰ ਜੀ ਕਿਰਪਾ ਕਰਨ, ਜਿਹੜੇ ਸਾਡੇ ਆਉਣ ਵਾਲੇ ਬੱਚੇ ਨੇ ਉਹਨਾਂ ਉੱਤੇ ਵੀ ਇਹ ਰਹਿਮਤ ਭਰਿਆ ਹੱਥ ਰੱਖਣ, ਤਾਂ ਕਿ ਅਸੀਂ ਸਤਿਗੁਰੂ ਜੀ ਦੀ ਇਹ ਜੋ
ਅਕਾਲ ਪੁਰਖ ਪਰਮਾਤਮਾ ਦੀ ਧੁਰ ਕੀ ਦਰਗਾਹ ਦੀ ਬਾਣੀ ਹੈ। ਇਸ ਬਾਣੀ ਨੂੰ ਸਿੱਖ ਸਕੀਏ, ਸ਼ੁੱਧ ਪੜ੍ਹ ਸਕੀਏ ਤੇ ਇਸ ਬਾਣੀ ਨੂੰ ਪੜ੍ਹ ਕੇ ਆਪਦਾ ਜੀਵਨ ਜਿਹੜਾ ਹੈ ਉਹ ਸਫਲ ਕਰ ਸਕੀਏ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਆਪਾਂ ਵੀ ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਕੇ ਚੱਲੀਏ ਕਿ ਪਾਤਸ਼ਾਹ ਜੀ, ਅੱਜ ਅਸੀਂ ਤੁਹਾਡਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਕਿਰਪਾ ਕਰਿਓ ਸਾਡੇ ਉੱਤੇ ਇਸੇ ਤਰ੍ਹਾਂ ਰਹਿੰਦ ਭਰੇ ਹੱਥ ਰੱਖ ਕੇ ਹਰ ਵਾਰ ਸਾਡੇ ਕੋਲ ਐਸੇ ਗੁਰਪੁਰਬ ਆਪ ਹੀ ਕਿਰਪਾ ਕਰਕੇ ਮਨਾਉਣ ਦਾ ਉਦਮ ਪ੍ਰੇਰਨਾ ਜਿਹੜੀ ਹੈ ਤੁਸੀਂ ਆਪ ਹੀ ਦੇਣੀ ਹੈ। ਅਤੇ ਕਿਰਪਾ ਕਰਿਓ ਜਿਵੇਂ ਪਹਿਲਾਂ ਬਣੀ ਹੋਈ ਹੈ ਉਵੇਂ ਹੀ ਸਾਡੇ ਆਉਣ ਵਾਲੇ ਬੱਚਿਆਂ ਦੀ, ਸਾਡੀ ਵੀ ਇਵੇਂ ਤੁਹਾਡੇ ਨਾਲ ਸ਼ਰਧਾ ਭਾਵਨਾ ਦੇ ਨਾਲ ਸੇਵਾ ਸਿਮਰਨ ਕਰਦਿਆਂ ਹੋਇਆਂ ਜਿਹੜੀ ਹੈ ਇਹ ਅੱਗੇ ਲੰਘ ਜਾਵੇ। ਇਹ ਆਪਾਂ ਅਰਦਾਸ ਬੇਨਤੀ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।